ਪਿਛਲੇ ਕੁਝ ਦਿਨਾਂ ਤੋਂ ਇੱਕ ਸਭ ਤੋਂ ਵੱਡੀ ਜਿਹੜੀ ਅਹਿਮ ਖਬਰ ਬਣੀ ਹੋਈ ਹੈ, ਜਿਹਦਾ ਸੰਬੰਧ ਵੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਵਾਪਰੇ ਇੱਕ ਦੁਖਾਂਤ ਦੇ ਨਾਲ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਸ਼ੁਭਦੀਪ ਸਿੰਘ ਸਿੱਧੂ, ਜਾਂ ਜਿਸ ਨੂੰ ਸੰਗੀਤ ਦੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਉਸ ਦਾ ਦਰਦਨਾਕ ਕਤਲ ਜਾਂ ਫਿਰ ਉਸ ਦੀ ਜ਼ਿੰਦਗੀ ਦਾ ਦਰਦਨਾਕ ਅੰਤ, ਉਸ ਦੀ ਗਾਇਕੀ ਜਾਂ ਫਿਰ ਪਿਛਲੇ ਸਮੇਂ ਦੇ ਵਿੱਚ ਵਾਪਰੇ ਹੋਏ ਵਰਤਾਰਿਆਂ ਦੇ ਨਾਲ ਸਹਿਮਤ ਜਾਂ ਅਸਹਿਮਤ ਹੋਣਾ, ਹਰ ਇੱਕ ਦਾ ਆਪਣਾ ਇੱਕ, ਮੈਂ ਸੋਚਦਾ ਹਾਂ ਕਿ ਇੱਕ ਨਿੱਜੀ ਜਿਹੜਾ ਉਹ ਹੱਕ ਰਹਿ ਜਾਂਦਾ ਹੈ ਕਿ ਹੋ ਸਕਦਾ ਮੈਂ ਵੀ ਉਸ ਦੇ ਗਾਣਿਆਂ ਦੇ ਨਾਲ ਪਿਛਲੇ ਜਿਹੜੇ ਸੀ ਉਹਨਾਂ ਦੇ ਨਾਲ ਨਾ ਸਹਿਮਤ ਹੋਵਾਂ, ਜਾਂ ਫਿਰ ਉਸ ਦੀ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਜਿਹੜਾ ਉਹਦਾ ਸਫ਼ਰ ਹਯਾਤੀ ਰਿਹਾ ਉਹਦੇ ਵਿੱਚ ਮੈਂ ਉਸ ਨੂੰ ਨਾ ਸੁਣਿਆ ਹੋਵੇ। ਪਰ ਮੈਂ ਬਾਅਦ ਦੇ ਵਿੱਚ ਜਿੰਨਾ ਕੁ ਸੁਣਿਆ, ਮੈਨੂੰ ਇੰਝ ਲੱਗਾ ਕਿ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਇੱਕ ਖਾਸ ਅਣਖੀਲਾ ਤੱਤ ਹੈ, ਕਿਤੇ ਨਾ ਕਿਤੇ ਉਸ ਦੀ ਹੋਂਦ ਉਸ ਦੀ ਸ਼ਬਦਾਵਲੀ ਦੇ ਵਿੱਚ ਜ਼ਰੂਰ ਹੈ। ਪਰ ਇਹਨਾਂ ਸਾਰਿਆਂ ਵਰਤਾਰਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਸ ਦਾ ਦਰਦਨਾਕ ਅੰਤ ਹੋਇਆ, ਉਹਦੇ ਵਿੱਚ ਬਹੁਤ ਸਾਰੇ ਸਵਾਲ, ਬਹੁਤ ਸਾਰੇ ਸਰੋਤਿਆਂ ਦੇ ਵਿੱਚ, ਜਾਂ ਫਿਰ ਕਹਿ ਸਕਦੇ ਆ ਕਿ ਪੰਜਾਬ, ਔਰ ਪੰਜਾਬ ਵੀ ਨਹੀਂ ਬਲਕਿ ਇੱਥੋਂ ਤੱਕ ਕਿ ਜਿਹੜੀਆਂ ਖਾਸ ਕਰਕੇ ਪੰਥਕ ਧਿਰਾਂ ਨੇ, ਉਹਨਾਂ ਦੇ ਮਨਾਂ ਦੇ ਅੰਦਰ, ਜਾਂ ਜਿਹੜੇ ਪੰਥਕ ਵਿਚਾਰਧਾਰਾ ਵਾਲੇ ਵੀਰ ਨੇ, ਉਹਨਾਂ ਦੇ ਮਨਾਂ ਦੇ ਅੰਦਰ ਵੀ ਬਹੁਤ ਸਾਰੇ ਸਵਾਲ ਪੈਦਾ ਹੋਏ। ਔਰ ਇਹਦੇ ਵਿੱਚ ਇੱਕ ਗੱਲ ਜਿਹੜੀ ਹੈ ਉਸ ਨੂੰ ਕਦੀ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਸਾਰੇ ਘਟਨਾਕ੍ਰਮ ਦੇ ਵਿੱਚ ਕਹਿ ਸਕਦੇ ਹੋ ਕਿ ਜਿਸ ਦਿਨ ਉਸ ਦੇ ਉੱਪਰ ਹਮਲਾ ਹੁੰਦਾ ਹੈ, ਉਸ ਤੋਂ ਬਾਅਦ ਉਸ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ ਹੈ, ਉਸ ਕਤਲ ਤੋਂ ਬਾਅਦ ਜਿੰਨਾ ਚਿਰ ਤੱਕ ਲਾਸ਼ ਦਾ ਪੋਸਟਮਾਰਟਮ, ਜਾਂ ਫਿਰ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਦਾ ਨਾਮ ਉਸ ਦੇ ਕਤਲ ਦੇ ਵਿੱਚ ਆਉਂਦਾ ਹੈ, ਉਹਨਾਂ ਦੇ ਵਾਰੰਟ ਜਿਹੜੇ ਨੇ ਉਹ ਜਾਰੀ ਹੋਣੇ, ਜਾਂ ਫਿਰ ਉਸ ਤੋਂ ਬਾਅਦ ਦਿੱਲੀ ਤੋਂ ਉਹਨਾਂ ਨੂੰ ਲੈ ਕੇ ਆਉਣਾ, ਉਸ ਸਾਰੇ ਵਰਤਾਰੇ ਦੇ ਵਿੱਚ ਜਿਹੜੀ ਸਾਡੇ ਕੁਛ, ਮੈਂ ਸਾਰੇ ਮੀਡੀਆ ਨੂੰ ਦੋਸ਼ ਨਹੀਂ ਦਿੰਦਾ, ਪਰ ਕੁਛ ਮੀਡੀਆ ਹਾਊਸ ਇਵੇਂ ਦੇ ਰਹੇ ਨੇ ਜਿਨ੍ਹਾਂ ਦੀ ਕਹਿ ਸਕਦੇ ਹੋ ਕਿ ਭੂਮਿਕਾ ਬਹੁਤ ਹੀ ਦੋਇਮ ਦਰਜੇ ਦੀ, ਜਾਂ ਕਹਿ ਸਕਦੇ ਹਾਂ ਕਿ ਬਹੁਤ ਨੀਵੇਂ ਦਰਜੇ ਦੀ ਭੂਮਿਕਾ ਰਹੀ ਹੈ। ਮੈਨੂੰ ਯਾਦ ਹੈ ਮੈਂ ਉਸ ਦਿਨ ਵੇਖ ਰਿਹਾ ਸੀ ਕਿ ਅਜੇ ਮ੍ਰਿਤਕ ਦੇ ਘਰ ਨਹੀਂ ਸੀ ਆਈ, ਤੇ ਜਿਹੜੇ ਉਹਦੇ ਰਿਸ਼ਤੇਦਾਰ ਜਾਂ ਫਿਰ ਉਹਦੇ ਹਮਦਰਦ ਘਰ ਦੇ ਵਿੱਚ ਪਹੁੰਚ ਰਹੇ ਸੀ, ਉਹਨਾਂ ਦੇ ਮੂੰਹ ਦੇ ਵਿੱਚ ਮਾਈਕ ਦੇ ਕੇ ਪੁੱਛਿਆ ਜਾ ਰਿਹਾ ਸੀ, ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਜੀ ਅੱਜ। ਔਰ ਇੱਥੋਂ ਤੱਕ ਕਿ ਮੈਨੂੰ ਯਾਦ ਹੈ ਇੱਕ ਗਾਇਕਾ ਨੇ ਕਹਿ ਵੀ ਦਿੱਤਾ ਕਿ ਸਾਡੇ ਕੋਲ ਗੱਲਾਂ ਕਰਨ ਦੀ ਹਿੰਮਤ ਨਹੀਂ ਹੈਗੀ, ਸਾਡੇ ਕੋਲ ਹੌਸਲਾ ਨਹੀਂ ਹੈਗਾ, ਅਸੀਂ ਇੰਨੇ ਦਰਦ ਦੇ ਵਿੱਚ ਜਿਹੜਾ ਉਹ ਭਿੱਜੇ ਹੋਏ ਹਾਂ ਵੀ ਅਸੀਂ ਉਸ ਦੀ ਕੋਈ ਗੱਲ ਨਹੀਂ ਕਰ ਸਕਦੇ। ਸੋ ਇਹਦੇ ਵਿੱਚ ਮੈਨੂੰ ਇੰਝ ਲੱਗਾ ਕਿ ਜਿਹੜੀ ਮੀਡੀਆ ਦੀ ਸੰਜੀਦਗੀ ਸੀ, ਇਸ ਵਾਰੀ ਉਹਦੇ ਉੱਪਰ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਪੈਦਾ ਹੋਇਆ। ਔਰ ਕਿਤੇ ਨਾ ਕਿਤੇ ਮੈਂ ਸੋਚਦਾ ਕਿ ਚੰਗੀ ਗੱਲ ਵੀ ਹੈ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਬਾਰੇ ਚਰਚਾ ਨੇ ਜ਼ਰੂਰ ਜਨਮ ਲਿਆ ਕਿ ਜਿਸ ਤਰ੍ਹਾਂ ਦੇ ਨਾਲ ਪੇਸ਼ਕਾਰੀ ਕੀਤੀ ਗਈ, ਆ ਜਾ ਕੇ ਇੰਝ ਲੱਗਾ ਕਿ ਅਸੀਂ ਉਹ ਗਿਰਜਾ ਬਣ ਚੁੱਕੇ ਹਾਂ ਜਿਹੜੇ ਹਰ ਥਾਂ ਦੇ ਉੱਪਰ ਮਾਸ ਹੀ ਨੋਚਣਾ ਚਾਹੁੰਦੇ ਹਾਂ। ਪਰ ਬਹੁਤ ਸਾਰਾ ਐਸਾ ਵੀ ਮੀਡੀਆ ਹੈ ਜਿਨ੍ਹਾਂ ਦੀ ਇੱਥੇ ਸ਼ਲਾਘਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਬਹੁਤ ਹੀ ਸਿੰਸੀਅਰਟੀ ਦੇ ਨਾਲ, ਬੜੀ ਸੰਜੀਦਗੀ ਦੇ ਨਾਲ ਇਸ ਮੁੱਦੇ ਦੇ ਉੱਪਰ ਆਪਣੀ ਸਾਰੀ ਜਿਹੜੀ ਜ਼ਿੰਮੇਵਾਰੀ ਸੀ ਉਸ ਨੂੰ ਨਿਭਾਇਆ। ਸੋ ਖੈਰ, ਗੱਲ ਕਰਦੇ ਹਾਂ ਜਦੋਂ ਉਸ ਦੇ ਇਸ ਦਰਦਨਾਕ ਅੰਤ ਦੀ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੀਆਂ, ਅਜੇ ਤੱਕ ਤਾਂ ਜਿੰਨਾ ਚਿਰ ਤੱਕ ਸਾਰੇ ਕਿਸੇ ਸਿੱਟੇ ਦੇ ਉੱਪਰ ਨਹੀਂ ਪਹੁੰਚਿਆ ਜਾ ਸਕਦਾ, ਉਹਨਾਂ ਚਿਰ ਤੱਕ ਤਾਂ ਦੁਨੀਆ ਦੇ ਵਿੱਚ ਜਿਹੜੇ ਬਹੁਤ ਸਾਰੇ ਵੱਡੇ ਵਰਤਾਰੇ ਵੀ ਵਾਪਰੇ ਹੁੰਦੇ ਨੇ, ਉਹਨਾਂ ਦੇ ਬਾਰੇ ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਜ਼ ਜਿਹੜੀਆਂ ਹੁੰਦੀਆਂ ਨੇ ਉਹ ਜਨਮ ਲੈਂਦੀਆਂ ਨੇ। ਤੇ ਜਿਸ ਤਰ੍ਹਾਂ ਦੇ ਨਾਲ ਹੁਣ ਜਿਸ ਤਰ੍ਹਾਂ ਦੇ ਨਾਲ ਉਸ ਦੇ ਸਿੱਧੂ ਮੂਸੇਵਾਲੇ ਦੇ ਦੇਹਾਂਤ ਤੋਂ ਬਾਅਦ ਜਾਂ ਉਸ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਦਾ ਮੀਡੀਆ ਦੇ ਵਿੱਚ ਵੱਖ-ਵੱਖ ਕਰਮ ਤੇ ਪ੍ਰਤੀਕਰਮ ਆ ਰਹੇ ਨੇ, ਅਜੇ ਤੱਕ ਤਾਂ ਬਿਲਕੁਲ ਇੰਝ ਹੀ ਲੱਗ ਰਿਹਾ ਹੈ ਕਿ ਇੱਕ ਤਰ੍ਹਾਂ ਦੀ ਕੌਨਸਪੀਰੇਸੀ ਜਿਹੜੀ ਥਿਊਰੀ ਹੈ, ਜਿਹੜਾ ਕਹਿ ਸਕਦੇ ਹੋ ਕਿ ਇੱਕ ਸਾਜ਼ਿਸ਼ੀ ਜਿਹੜੀ ਵਿਧ ਹੈ, ਉਸ ਨੂੰ ਹੀ ਸਿਰਜਿਆ ਜਾ ਰਿਹਾ। ਅਜੇ ਤੱਕ ਨਾ ਪੁਲਿਸ, ਨਾ ਪ੍ਰਸ਼ਾਸਨ, ਨਾ ਸਰਕਾਰ ਜਾਂ ਫਿਰ ਕਿਸੇ ਵੀ ਖੁਫੀਆ ਏਜੰਸੀ ਦੇ ਵੱਲੋਂ ਅਜੇ ਤੱਕ ਸਹੀ ਟਿਕਾਣੇ ਜਾਂ ਫਿਰ ਅਜੇ ਤੱਕ ਸਹੀ ਦੋਸ਼ੀਆਂ ਤੱਕ ਪਹੁੰਚ ਨਹੀਂ ਹੋ ਸਕੀ। ਇਹਦੇ ਵਿੱਚ ਵੱਖ-ਵੱਖ ਮੀਡੀਆ ਦੇ ਵਿੱਚ ਜੋ ਕੁਝ ਆਇਆ, ਇੱਕ ਪਾਸੇ ਤਾਂ ਇਸ ਨੂੰ ਗੈਂਗਸਟਰਾਂ ਦੀ ਆਪਸੀ ਰੰਜਿਸ਼ ਜਿਹੜਾ ਹੈ, ਜਾਂ ਉਹਨਾਂ ਦੀ ਆਪਸੀ ਜਿਹੜੀ ਜੰਗ ਹੈ, ਉਹਦਾ ਰੂਪ ਦਿੱਤਾ ਜਾ ਰਿਹਾ ਹੈ। ਕਿਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਕਬੱਡੀ ਕੱਪ ਹੁੰਦੇ ਨੇ, ਉਹਨਾਂ ਦੇ ਵਿੱਚ ਗੈਂਗਸਟਰਾਂ ਦੀ ਬਹੁਤ ਵੱਡੀ ਸ਼ਮੂਲੀਅਤ ਆ, ਜਿਹਦੇ ਕਰਕੇ ਉਹਦੇ ਵਿੱਚ ਵੀ ਧੜੇਬੰਦੀ ਹੋਈ ਹੈ, ਜਿਸ ਧੜੇਬੰਦੀ ਦਾ ਸ਼ਿਕਾਰ ਇਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਵੀ ਹੋਇਆ ਸੀ, ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਵੀ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਉਸੇ ਤਰ੍ਹਾਂ ਹੀ ਜੋੜਿਆ ਜਾਂਦਾ ਹੈ। ਇੱਥੇ ਤੱਕ ਹੀ ਨਹੀਂ ਬਲਕਿ ਜਿਹੜੀਆਂ ਮੀਡੀਆ ਦੇ ਵਿੱਚ ਚਰਚਾ ਚੱਲਦੀ ਹੈ ਕਿ ਜਿਹੜਾ ਡਿੰਪੀ ਤੋਂ ਲੈ ਕੇ ਜਿਹੜੀ ਬੰਬੀਹਾ ਗਰੁੱਪ ਦੀ ਸਾਰੀ ਲਾਈਨ ਹੈ, ਉਹਦੇ ਨਾਲ ਸਿੱਧੂ ਮੂਸੇਵਾਲੇ ਨੂੰ ਜੋੜ ਕੇ ਵੇਖਿਆ ਜਾਂਦਾ, ਤੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਲਾਰੈਂਸ ਬਿਸ਼ਨੋਈ ਜਾਂ ਫਿਰ ਬਰਾੜ ਜਿਹੜਾ ਗਰੁੱਪ ਆ, ਉਹਨੂੰ ਸਾਰੇ ਉਹਦੇ ਸਮਾਨ ਅੰਤਰ ਜਿਹੜਾ ਰੱਖ ਕੇ ਵੇਖਿਆ ਜਾ ਰਿਹਾ। ਕਿਤੇ ਨਾ ਕਿਤੇ ਕੁਝ ਲੋਕਾਂ ਦਾ ਇਹ ਵੀ ਮਤ ਹੈ ਕਿ ਉਹਦੇ ਜਿਹੜੇ ਗਾਣੇ ਸੀ, ਖਾਸ ਕਰਕੇ ਬੰਬੀਹਾ ਬੋਲੇ, ਜਾਂ ਇੱਕ ਖਾਸ ਕਰਕੇ ਗਾਣੇ ਦੇ ਵਿੱਚ ਉਸਨੇ ਡਿੰਪੀ ਚੰਦਭਾਨ ਜਿਹੜਾ ਸੀਗਾ ਉਸ ਦੀ ਪੱਗ ਨੂੰ ਬੜਾ ਗਲੋਰੀਫਾਈ ਕੀਤਾ ਸੀ। ਕੁਝ ਕਹਿੰਦੇ ਨੇ ਕਿ ਇਹ ਵੀ ਛੋਟੇ-ਛੋਟੇ ਅੰਸ਼ ਨੇ, ਪਰ ਜਿਹੜੀ ਕੱਲ ਪਰਸੋਂ ਤੋਂ ਇੱਕ ਜਾਂਚ ਦੇ ਵਿੱਚ ਖਾਸ ਗੱਲ ਸਾਹਮਣੇ ਆਈ ਹੈ, ਉਹਦੇ ਵਿੱਚ ਇਹ ਕਿ ਕੁਝ ਗਾਇਕ ਤੇ
ਕੁਝ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਸੰਗੀਤ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਸ ਖੇਤਰ 'ਚ ਕੰਮ ਕਰਦੀਆਂ ਨੇ, ਉਹਨਾਂ ਕੰਪਨੀਆਂ ਦੀ ਵੀ ਭੂਮਿਕਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਰੁਝਾਨ ਹੈ। ਕਿਉਂਕਿ ਜੇਕਰ ਤੁਸੀਂ ਥੋੜਾ ਪਿੱਛੇ ਜਾਓ ਤੇ ਟੀ ਸੀਰੀਜ਼ ਦਾ ਮਾਲਕ ਜਿਹੜਾ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਇੱਕ ਵੱਡੀ ਕਹਿ ਸਕਦੇ ਹੋ ਕਿ ਸੰਗੀਤ ਦੇ ਖੇਤਰ ਦੇ ਵਿੱਚ ਹਸਤੀ ਬਣਿਆ ਸੀ। ਜਦੋਂ ਉਸ ਦਾ ਕਤਲ ਹੋਇਆ ਸੀ ਤਾਂ ਉਦੋਂ ਵੀ ਪਿੱਛੇ ਜਿਸ ਤਰ੍ਹਾਂ ਦੀ ਵੱਡੇ ਪੱਧਰ ਦੇ ਜਿਹੜੀ ਗੈਂਗਵਾਰ ਹੈ ਉਸ ਦਾ ਨਾਮ, ਜਾਂ ਫਿਰ ਵੱਡੇ ਪੱਧਰ ਦੇ ਜਿਹੜੇ ਉਦੋਂ ਜਿਹੜੇ ਚਿਹਰੇ ਸੀ ਜਿਹੜੇ ਵੱਡੇ ਗੈਂਗਸਟਰ ਦੇ ਨਾਮ ਦੇ ਨਾਲ ਜਾਣੇ ਜਾਂਦੇ ਸੀ, ਉਹਨਾਂ ਦਾ ਜਦੋਂ ਨਾਮ ਆਇਆ ਸੀ ਤੇ ਆ ਜਾ ਕੇ ਉਦੋਂ ਵੀ ਜਿਹੜੇ ਕੁਝ ਚਿੰਤਕ ਸੀ ਉਹਨਾਂ ਨੇ ਇਸ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਸੀ ਮੀਡੀਆ ਦੇ ਰਾਹੀਂ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕਿ ਸੰਗੀਤ ਦੇ ਖੇਤਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਦਖਲਅੰਦਾਜ਼ੀ ਹੁੰਦੀ ਜਾ ਰਹੀ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਖਤਰਾ ਪੈਦਾ ਹੋਵੇਗੀ। ਸੋ ਇਹ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਹੋਇਆ ਹੈ ਤੇ ਇਹ ਹੁਣ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਇਹ ਸਾਰੀ ਦਖਲਅੰਦਾਜ਼ੀ ਸ਼ੁਰੂ ਹੋ ਗਈ ਹੈ, ਜਿਸ ਤਰ੍ਹਾਂ ਦੇ ਸ਼ੱਕ ਕੱਲ੍ਹ ਦੇ ਜਤਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਇੱਕ ਦੋ ਗਾਇਕ ਜਾਂ ਕੁਝ ਕੰਪਨੀਆਂ ਜਿਹੜੀਆਂ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਸ ਕਤਲ ਦੇ ਵਿੱਚ ਸ਼ਮੂਲੀਅਤ ਹੋਵੇ, ਤੇ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਹੀ ਜਿਹੜਾ ਉਹ ਚਿੰਤਾ ਦਾ ਵਿਸ਼ਾ ਹੈ। ਪਰ ਇਹਦੇ ਨਾਲ ਨਾਲ ਇੱਕ ਗੱਲ ਜਿਹੜੀ ਕਹਿਣੀ ਉਹ ਬਹੁਤ ਜ਼ਰੂਰੀ ਹੈ ਕਿ ਕੁਝ ਉਹ ਲੋਕ ਜਿਹੜੇ ਪੰਜਾਬ ਦੀ ਹੋਂਦ ਦੇ ਬਾਰੇ ਚਿੰਤਤ ਨੇ, ਕਿਤੇ ਨਾ ਕਿਤੇ ਉਹ ਇਸ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਵੀ ਵੇਖਦੇ ਨੇ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਿੰਨੀਆਂ ਵੀ ਹੁਣ ਤੱਕ ਖਾਸ ਗੱਲਾਂ ਇਸ ਕਤਲ ਦੇ ਬਾਰੇ ਸਾਹਮਣੇ ਆਈਆਂ ਨੇ, ਉਹਦੇ ਵਿੱਚ ਇੱਕ ਗੱਲ ਜਿਹੜੀ ਹੈ ਕਿ ਜਿਹੜੀ ਸਰਕਾਰ ਦੀ ਸੁਰੱਖਿਆ ਵਾਪਸੀ ਹੈ, ਖਾਸ ਕਰਕੇ ਕਿ ਜਿਹੜੇ ਕੁਝ ਕਹਿ ਸਕਦੇ ਹੋ ਕਿ ਰੈਕੀ ਕਰਨ ਵਾਲੇ, ਉਹਨਾਂ ਨੂੰ ਮੈਂ ਗੈਂਗਸਟਰ ਤਾਂ ਨਹੀਂ ਕਹਿੰਦਾ, ਇੱਕ ਤਰ੍ਹਾਂ ਦੇ ਅਸੀਂ ਪੁਲਿਸ ਮੁਖਬਰ ਜਾਂ ਟਾਊਟ ਜ਼ਰੂਰ ਕਹਿੰਦੇ ਆ, ਜਿਨ੍ਹਾਂ ਦੇ ਵਿੱਚੋਂ ਉਹ ਸੰਦੀਪ ਕੇਕੜਾ ਨਾਮ ਦਾ ਕੋਈ ਵਿਅਕਤੀ ਵੀ ਹੈ ਜਿਹਨੇ ਮਹਿਜ਼ 13,000 ਦੇ ਵਿੱਚ ਜਿਹੜੀ ਸੀਗੀ ਇਸ ਦੀ ਰੈਕੀ ਕੀਤੀ। ਔਰ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਉਹ ਬੜੀਆਂ ਅਹਿਮ ਨੇ ਕਿ ਇਸ ਤੋਂ ਪਹਿਲਾਂ ਵੀ ਅਸੀਂ ਹਮਲੇ ਵਾਸਤੇ ਤਿਆਰ ਸੀ, ਪਰ ਉਸ ਵੇਲੇ ਇਹਦਾ ਜਿਹੜਾ ਸੁਰੱਖਿਆ ਅਮਲਾ ਸੀ ਉਹਦੇ ਕੋਲ ਆਟੋਮੈਟਿਕ ਕਲੈਸ਼ਨੀਕੋਵ, ਜਿਸ ਨੂੰ ਅਸੀਂ AK-47 ਕਹਿੰਦੇ ਆ, ਉਹ ਵਾਲੀਆਂ ਰਾਈਫਲਾਂ ਸੀਗੀਆਂ ਤੇ ਉਹਦੇ ਕਰਕੇ ਉਹਨਾਂ ਅਸਾਲਟ ਰਾਈਫਲਸ ਦੇ ਕਰਕੇ ਅਸੀਂ ਜਿਹੜਾ ਸੀ ਹਮਲਾ ਕਰਨ ਦੇ ਵਿੱਚ ਪਛੜ ਗਏ। ਪਰ ਹੁਣ ਜਿਹੜੀ ਬਾਰ-ਬਾਰ ਜਿਸ ਵੇਲੇ ਹਮਲਾ ਹੋਇਆ ਤੇ ਉਹਦੇ ਤੋਂ ਪਹਿਲਾਂ ਜਿਹੜੀਆਂ ਮੀਡੀਆ ਦੀਆਂ ਸੁਰਖੀਆਂ ਨੇ, ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਰਾਜਨੀਤਿਕ ਧਿਰ ਇਸ ਵੇਲੇ ਰਾਜਨੀਤਿਕ ਸੱਤਾ ਦੇ ਉੱਪਰ ਬਿਰਾਜਮਾਨ ਹੈ, ਜਿਹੜੀ ਉਹਨਾਂ ਦੇ ਵੱਲੋਂ ਮੀਡੀਆ ਦੇ ਵਿੱਚ ਇੱਕ ਵੱਡੀਆਂ ਸੁਰਖੀਆਂ ਬਣਾਈਆਂ ਗਈਆਂ ਜੂਨ 1984 ਦੇ ਘੱਲੂਘਾਰੇ ਤੋਂ ਪਹਿਲਾਂ, ਇੱਥੋਂ ਤੱਕ ਕਿ DGP ਦਾ ਵੀ ਇਹੀ ਬਿਆਨ ਆਇਆ ਕਿ ਘੱਲੂਘਾਰੇ ਦੇ ਕਰਕੇ ਕੁਝ ਸ਼ਖਸੀਅਤਾਂ ਤੋਂ ਸੁਰੱਖਿਆ ਵਾਪਸ ਲਈ ਜਾ ਰਹੀ ਹੈ। ਸੋ ਇਹਦੇ ਵਿੱਚ ਇਹ ਜਿਹੜੀ ਸੁਰੱਖਿਆਬਾਜ਼ੀ ਵਾਪਸ ਲੈਣ ਦੀ ਇੱਕ ਵੱਡੀ ਬਿਆਨਬਾਜ਼ੀ ਹੋਈ, ਔਰ ਖਾਸ ਕਰਕੇ ਜਿਹੜਾ ਇਸ ਰਾਜਨੀਤਿਕ ਪਾਰਟੀ ਦਾ IT ਸੈੱਲ ਸੀ ਉਸ ਨੇ ਇਸ ਨੂੰ ਵੱਡੀ ਕਹਿ ਸਕਦੇ ਹੋ ਕਿ ਪ੍ਰਾਪਤੀ ਦੇ ਰੂਪ ਦੇ ਵਿੱਚ ਬਹੁਤ ਪ੍ਰਚਾਰਿਤ ਕੀਤਾ, ਜਦੋਂ ਕਿ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਸੀ। ਲੋਕ ਤਾਂ ਇਸ ਕਹਿ ਸਕਦੇ ਕਿ ਦੋ ਸਥਾਪਿਤ ਧਿਰਾਂ ਨੂੰ ਕਿਨਾਰਾਕਸ਼ੀ ਕਰਵਾਉਣ ਤੋਂ ਬਾਅਦ ਤੀਜੀ ਧਿਰ ਨੂੰ ਰਾਜਨੀਤਿਕ ਤੌਰ ਦੇ ਉੱਪਰ ਜਗ੍ਹਾ ਦੇ ਕੇ ਇੱਕ ਵੱਡੇ ਬਦਲਾਅ ਦੀ ਆਸ ਦੇ ਵਿੱਚ ਬੈਠੇ ਸੀ। ਤੇ ਮੈਨੂੰ ਲੱਗਦਾ ਹੈ ਕਿ ਵੱਡੇ ਬਦਲਾਅ ਦੇ ਵਿੱਚ ਜਦੋਂ ਕੋਈ ਸਾਰਥਕ ਪ੍ਰਾਪਤੀ ਨਹੀਂ ਹੋ ਸਕੀ ਤਾਂ ਉਸ ਵੇਲੇ ਇਹਨਾਂ ਛੋਟੀਆਂ ਪ੍ਰਾਪਤੀਆਂ ਨੂੰ ਵੱਡੇ ਰੂਪ ਦੇ ਵਿੱਚ ਪ੍ਰਚਾਰਿਆ ਜਾਣ ਲੱਗਾ। ਉਹਦੇ ਵਿੱਚ ਮੈਂ ਸੋਚਦਾ ਕਿ ਬਹੁਤ ਹੀ ਜ਼ਿਆਦਾ ਇਹ ਇੱਕ ਘਟੀਆ ਕਾਰਜ ਸੀ ਕਿ ਪੰਜਾਬ ਦੀਆਂ ਜਿਹੜੀਆਂ ਸ਼ਖਸੀਅਤਾਂ ਖਾਸ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਤਰੇ ਦੇ ਵਿੱਚ ਰਹਿ ਰਹੀਆਂ ਨੇ, ਉਹਨਾਂ ਦੇ ਕੋਲੋਂ ਸਿਕਿਉਰਿਟੀ ਵਾਪਸ ਲੈਣੀ ਤੇ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪ੍ਰਚਾਰ ਕਰਨਾ ਕਿ ਫਲਾਣੇ ਦੇ ਕੋਲ ਇੰਨੇ ਸੁਰੱਖਿਆ ਕਰਮੀ ਸੀ, ਇੰਨੇ ਵਾਪਸ ਲੈ ਲਏ ਨੇ, ਇੰਨੇ ਸੁਰੱਖਿਆ ਕਰਮੀ ਸੀ, ਇੰਨੇ ਵਾਪਸ ਲੈ ਲਏ ਨੇ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲੇ ਦੇ ਕੋਲ ਜੇਕਰ 8 ਸੁਰੱਖਿਆ ਕਰਮੀ ਸੀ ਜਿਨ੍ਹਾਂ ਦੇ ਕੋਲ ਜਿਹੜੀਆਂ ਮਾਡਰਨ ਅਸਾਲਟ ਰਾਈਫਲ ਸੀ, ਤਾਂ ਉਹਨਾਂ ਅਸਾਲਟ ਰਾਈਫਲਾਂ ਦੇ ਕਰਕੇ ਕਿਤੇ ਨਾ ਕਿਤੇ ਉਹਦੀ ਜ਼ਿੰਦਗੀ ਸੁਰੱਖਿਅਤ ਸੀ। ਤੇ ਜੇ ਉਹਦੇ ਕੋਲ ਸੁਰੱਖਿਆ ਵਾਪਸ ਲਈ ਗਈ ਤੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਪ੍ਰਸਾਰਿਤ ਕੀਤਾ ਗਿਆ, ਇੰਜ ਲੱਗਾ ਕਿ ਜਿਵੇਂ ਇਹ ਤਾਂ ਕਾਤਲਾਂ ਨੂੰ ਇੱਕ ਟਿਪ ਦਿੱਤੀ ਗਈ ਹੁੰਦੀ ਹੈ ਕਿ ਤੁਹਾਡੇ ਵਾਸਤੇ ਹੁਣ ਦਰਵਾਜ਼ੇ ਖੁੱਲੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਕੋਲ ਸੁਰੱਖਿਆ ਨਹੀਂ ਹੈ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਾਅਦ ਦੇ ਵਿੱਚ ਬਹੁਤ ਸਾਰੀਆਂ ਨਾਮਵਰ ਹਸਤੀਆਂ ਨੂੰ ਸੁਰੱਖਿਆ ਵਾਪਸ ਵੀ ਕੀਤੀ ਗਈ। ਮੈਂ ਕੱਲ ਮੀਡੀਆ 'ਚ ਪੜ੍ਹ ਰਿਹਾ ਸੀ, ਇੱਕ ਵੀਰ ਨੇ ਸਵਾਲ ਬੜਾ ਜਾਇਜ਼ ਚੁੱਕਿਆ ਸੀ ਕਿ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੁੰਦੀ ਹੈ ਉਹਨਾਂ ਦੇ ਕੋਲੋਂ ਤਾਂ ਸੁਰੱਖਿਆ ਵਾਪਸ ਲਈ ਜਾਂਦੀ ਹੈ, ਤੇ ਜਿਨ੍ਹਾਂ ਤੋਂ ਡਰਦਿਆਂ ਬੰਦਾ ਸੁਰੱਖਿਆ ਚਾਹੁੰਦਾ ਹੈ ਉਹਨਾਂ ਨੂੰ ਜਿਹੜੀ ਪੁਲਿਸ ਹੈ ਉਹ ਬੜੇ ਵੱਡੇ ਪੱਧਰ ਦੇ ਉੱਪਰ ਜਿਹੜੀ ਉਹ ਸੁਰੱਖਿਆ ਦੇ ਰਹੀ ਹੈ। ਸੋ ਜਦੋਂ ਪਤਾ ਹੋਵੇ ਕਿ ਇੱਕ ਪੰਜਾਬ ਦਾ ਮਸ਼ਹੂਰ ਗਾਇਕ ਜਿਹੜਾ ਕਿਤੇ ਨਾ ਕਿਤੇ ਰਾਜਨੀਤਿਕ ਧਿਰ ਦੇ ਨਾਲ ਵੀ ਜੁੜਿਆ ਹੋਇਆ ਤੇ ਉਹਨੂੰ ਧਮਕੀਆਂ ਵੀ ਮਿਲ ਰਹੀਆਂ ਹੋਣ ਜਿਹਦੇ ਬਾਰੇ ਖੁਫੀਆ ਏਜੰਸੀਆਂ ਤੇ ਪੁਲਿਸ ਤੱਕ ਜਾਣਕਾਰੀ ਹੋਵੇ, ਉਹਦੀ ਸੁਰੱਖਿਆ ਨੂੰ ਵਾਪਸ ਲੈਣਾ ਤੇ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇਣੇ, ਮੈਨੂੰ ਇੰਜ ਲੱਗਦਾ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਇਸ ਕਾਰਨ ਨੂੰ ਮਰਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਔਰ ਸਭ ਤੋਂ ਵੱਧ ਤਾਂ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ, ਭਾਵੇਂ ਕਿ ਇਸ ਪੁਲਿਸ ਮੁਖੀ ਦੇ ਜਿਹੜੇ ਬਿਆਨ ਦੇ ਉੱਪਰ ਉਸ ਦਿਨ ਵੀ ਬਹੁਤ ਵੀਰਾਂ ਦੇ ਪ੍ਰਤੀਕਰਮ ਆ
ਗਏ ਸੀ, ਜਿਹੜਾ ਇੱਕਦਮ ਉਸ ਦੇ ਉੱਪਰ ਹੋਏ ਹਮਲੇ ਤੋਂ ਬਾਅਦ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਜਿਹਦੇ 'ਚ ਇਹ ਕਿਹਾ ਜਾਂਦਾ ਹੈ ਕਿ ਇਸ ਹਮਲੇ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਸਫਿਸਟੀਕੇਟਡ ਵੈਪਨ ਜਿਹੜਾ ਰਸ਼ੀਆ ਦਾ ਬਣਿਆ ਹੋਇਆ AN-94, ਜਿਹਦਾ ਬੋਰ ਜਿਹੜਾ 5.45 ਹੈ, ਉਹ ਵਰਤਿਆ ਗਿਆ। ਉਹ ਜਿਹੜੇ ਸ਼ੈੱਲ ਨੇ ਉਹਨਾਂ ਤੇ ਅੰਦਾਜ਼ਾ ਲਗਾਇਆ ਗਿਆ ਹੈ। ਹੁਣ ਇਹਦੇ ਵਿੱਚ ਇੱਕ ਸਵਾਲ ਜਿਹੜਾ ਸੀਗਾ ਉਹ ਬਹੁਤ ਹੀ ਜ਼ਿਆਦਾ ਕਹਿ ਸਕਦੇ ਹੋ ਕਿ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਸੀ ਕਿ ਇੰਨਾ ਸਟੀਕ ਬਿਆਨ ਜਿਹੜਾ ਕਿ ਇਸ ਵੈਪਨ ਦੀ ਵਰਤੋਂ ਹੋਈ ਉਹ ਕਿਸ ਆਧਾਰ ਦੇ ਉੱਪਰ ਦਿੱਤਾ ਗਿਆ ਹੈ, ਜਦੋਂ ਕਿ ਪੰਜਾਬ ਦੇ ਵਿੱਚ ਤਕਰੀਬਨ 1984 ਤੋਂ ਲੈ ਕੇ 1992 ਤੱਕ ਜਿਹੜਾ ਸਿੱਖ ਸੰਘਰਸ਼ ਦਾ ਸਿਖਰ ਰਿਹਾ ਹੈ, ਉਹਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ AK-74 ਜਿਹੜੀ ਆ ਵਰਤੀ ਗਈ ਹੈ। AK-47 ਤੇ 74 ਦੇ ਵਿੱਚ ਜਿਹੜਾ ਕਾਰਟ੍ਰਿਜ ਦਾ ਜਿਹੜਾ ਸਾਈਜ਼ ਆ ਉਹਦਾ ਅੰਤਰ ਹੁੰਦਾ ਹੈ ਕਿ 47 ਦਾ ਜਿਹੜਾ ਕਾਰਟ੍ਰਿਜ ਸਾਈਜ਼ ਆ, ਜਿਸ ਨੂੰ ਅਸੀਂ ਕਾਰਤੂਸ ਕਹਿੰਦੇ ਆ, 7.62 ਹੁੰਦਾ ਹੈ ਤੇ 74 ਦਾ ਜਿਹੜਾ 5.45 ਹੁੰਦਾ ਹੈ। ਸੋ ਕਾਰਤੂਸ ਦਾ ਜਿਹੜਾ ਇੱਕ ਸ਼ੈੱਲ ਜਿਹੜਾ ਹੈ ਉਹਦੇ ਤੋਂ ਇਹ ਅੰਦਾਜ਼ਾ ਪੁਖਤਾ ਜਾਣਕਾਰੀ ਦੇ ਦੇਣੀ ਕਿ ਇਹ AN-94 ਹੈ, ਹੋ ਸਕਦਾ AK-74 ਵੀ ਹੋਵੇ, ਕਿਉਂਕਿ AN-94 ਦੇ ਬਾਰੇ ਜਿਹੜੀ ਰਸ਼ੀਆ ਦੀ ਕਹਿ ਸਕਦੇ ਹੋ ਕਿ ਬਣੀ ਹੋਈ ਇੱਕ ਬਹੁਤ ਹੀ ਜ਼ਿਆਦਾ ਆਧੁਨਿਕ ਰਾਈਫਲ ਹੈ, ਉਹਦੇ ਬਾਰੇ ਤੇ ਕਿਹਾ ਜਾਂਦਾ ਕਿ ਬਹੁਤ ਘੱਟ ਗਿਣਤੀ ਦੇ ਵਿੱਚ ਉਹ ਦੁਨੀਆ ਦੇ ਵਿੱਚ ਨਹੀਂ, ਪਰ ਇੰਨਾ ਜਿਹੜਾ ਸਟੀਕ ਬਿਆਨ ਹੈ ਉਹ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਕਿਵੇਂ ਦੇ ਦਿੱਤਾ ਕਿ ਜਿਹੜੀ ਰਾਈਫਲ ਨੂੰ ਸਪੈਸ਼ਲ ਪਰਪਸ ਵੈਪਨ ਜਿਹੜਾ ਉਹ ਗਿਣਿਆ ਜਾਂਦਾ ਹੈ, ਗਿਣਤੀ ਬਹੁਤ ਘੱਟ ਹੈ, ਔਰ ਜਿਸ ਸੂਬੇ ਦੇ ਵਿੱਚ ਵਰਤੀ ਜਾ ਰਹੀ ਹੈ ਉਹਦਾ 50 ਕਿਲੋਮੀਟਰ ਦਾ ਜਿਹੜਾ ਬਾਰਡਰ ਦਾ ਘੇਰਾ ਉਹ ਸਾਰਾ ਸੁਰੱਖਿਆ ਦਲਾਂ ਨੂੰ ਤੇ ਨੀਮ ਸੁਰੱਖਿਆ ਦਲਾਂ ਨੂੰ ਦਿੱਤਾ ਹੋਇਆ ਹੈ। ਇਹਦੇ ਨਾਲ ਤਾਂ ਸਾਰੇ ਹੀ ਪੰਜਾਬ ਦੇ ਇਸ ਕਹਿ ਸਕਦੇ ਕਿ ਸੁਰੱਖਿਆ ਘੇਰੇ ਦੇ ਉੱਪਰ ਹੀ ਸਵਾਲ ਪੈਦਾ ਹੋਇਆ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਥਿਆਰ ਨੇ ਪੰਜਾਬ ਦੇ ਵਿੱਚ ਆਏ ਕਿਸ ਤਰ੍ਹਾਂ ਦੇ ਨਾਲ, ਤੇ ਸਾਰੀ ਕਾਰਵਾਈ ਕਰਨ ਤੋਂ ਬਾਅਦ ਜਿਹੜੇ ਕਾਤਲ ਸੀ ਉਹਨਾਂ ਹਥਿਆਰਾਂ ਨੂੰ ਪੰਜਾਬ ਤੋਂ ਬਾਹਰ ਸੁਰੱਖਿਅਤ ਢੰਗ ਦੇ ਨਾਲ ਲੈ ਕੇ ਕਿਵੇਂ ਗਏ। ਸੋ ਇਹ ਆਪਣੇ ਆਪ ਵਿੱਚ ਸਭ ਤੋਂ ਅਹਿਮ ਹੈ। ਤੇ ਕੁਝ ਲੋਕਾਂ ਦੀਆਂ ਵੱਖ-ਵੱਖ ਰਾਏ ਜਿਹੜੀਆਂ ਨੇ ਉਹ ਵੱਖ-ਵੱਖ ਹੀ ਨੇ। ਕੁਝ ਲੋਕ ਜਦੋਂ ਸਿੱਧੂ ਮੂਸੇਵਾਲੇ ਦੀ ਇਸ ਵਾਪਰੇ ਹੋਏ ਦਰਦਨਾਕ ਅੰਤ ਦੀ ਗੱਲ ਕਰਦੇ ਨੇ ਤੇ ਉਹਦੇ ਨਾਲ ਜਿਹੜੇ ਖਾਸ ਕਰਕੇ ਸਰਕਾਰੀ ਪੱਖ ਦੇ ਨਾਲ ਜੁੜੇ ਹੋਏ ਲੋਕ ਨੇ, ਕਹਿੰਦੇ ਨੇ ਕਿ ਇਸ ਤੋਂ ਪਹਿਲਾਂ ਚਮਕੀਲਾ ਜਾਂ ਫਿਰ ਦਿਲਸ਼ਾਦ ਅਖਤਰ ਜਿਹੜਾ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਕਹਿ ਸਕਦੇ ਹੋ ਕਿ ਘਟਨਾਕ੍ਰਮ ਦਾ ਸ਼ਿਕਾਰ ਹੋਣਾ ਪਿਆ। ਜਦੋਂ ਕਿ ਮੈਂ ਇਹ ਬਾਰ-ਬਾਰ ਬਹੁਤ ਥਾਵਾਂ ਤੇ ਮੈਂ ਲਿਖ ਕੇ ਵੀ ਕਹਿ ਚੁੱਕਾ ਹਾਂ ਕਿ ਸ਼ੁਭਦੀਪ ਸਿੰਘ ਦੇ ਉੱਪਰ ਹੋਏ ਹਮਲੇ ਦੇ ਵਿੱਚ ਚਮਕੀਲੇ ਤੇ ਦਿਲਸ਼ਾਦ ਅਖਤਰ ਦੇ ਹਮਲੇ ਦੇ ਵਿੱਚ ਆਪਸ ਦੇ ਵਿੱਚ ਕਿਤੇ ਵੀ ਸੁਮੇਲ ਨਹੀਂ ਬਣਦਾ। ਇਹਨਾਂ ਸਾਰਿਆਂ ਦੇ ਵਿੱਚ ਕੋਹਾਂ ਦਾ ਅੰਤਰ ਹੈ। ਦਰਅਸਲ ਅਮਰ ਸਿੰਘ ਚਮਕੀਲਾ ਜਿਹੜਾ ਪੰਜਾਬੀ ਗਾਇਕ ਸੀ, ਉਸ ਦੇ ਉੱਪਰ ਜਿਸ ਵੇਲੇ ਹਮਲਾ ਕੀਤਾ ਗਿਆ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਜਿਹੜਾ ਸਿਖਰ ਦੇ ਉੱਪਰ ਸੀ, ਤੇ ਉਹਦੇ ਵੱਲੋਂ ਜਿਸ ਤਰ੍ਹਾਂ ਦੇ ਗਾਣੇ ਜਾਂ ਫਿਰ ਜਿਸ ਤਰ੍ਹਾਂ ਦੀ ਉਹਦੀ ਜਿਹੜੀ ਕਹਿ ਸਕਦੇ ਹੋ ਕਿ ਗੱਲਬਾਤ ਲੋਕਾਂ ਦੇ ਸਾਹਮਣੇ ਆ ਰਹੀ ਸੀ, ਉਹਦੇ ਬਾਰੇ ਜਿਹੜੀਆਂ ਪੰਜਾਬ 'ਚ ਵਿਚਰ ਰਹੀਆਂ ਖਾੜਕੂ ਧਿਰਾਂ ਸੀ ਉਹਨਾਂ ਨੇ ਉਹਨੂੰ ਲਿਖਤੀ ਤੌਰ ਤੇ ਜਾਂ ਵਿੱਚ ਕੁਝ ਵਿਚੋਲੇ ਪਾ ਕੇ ਬਹੁਤ ਵਾਰੀ ਸਮਝਾਉਣ ਦਾ ਯਤਨ ਕੀਤਾ, ਜਿੱਥੇ ਕੁਝ ਥਾਵਾਂ ਤੇ ਉਸਨੇ ਸਹਿਮਤੀ ਵੀ ਪ੍ਰਗਟਾਈ ਕਿ ਅੱਗੇ ਤੋਂ ਮੈਂ ਇਹਨਾਂ ਗੱਲਾਂ ਦਾ ਖਿਆਲ ਰੱਖਾਂਗਾ, ਪਰ ਉਸਨੇ ਉਹ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਤੇ ਜਿਹਦੇ ਕਰਕੇ ਫਿਰ ਜਿਹੜਾ ਸੀ ਇਹ ਕਦਮ ਜਿਹੜਾ ਸੀ ਉਹ ਖਾੜਕੂ ਜਥੇਬੰਦੀਆਂ ਨੇ ਚੁੱਕਿਆ। ਔਰ ਇਹਦੇ ਬਾਰੇ ਬਹੁਤ ਸਾਰੀ ਜਾਣਕਾਰੀ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਵੀਰ ਬੜੇ ਪੁਖਤਾ ਤਰੀਕੇ ਦੇ ਨਾਲ ਉਹ ਜਿਹੜੀ ਸਾਂਝੀ ਕਰ ਚੁੱਕੇ ਨੇ। ਜਿੱਥੋਂ ਤੱਕ ਦਿਲਸ਼ਾਦ ਅਖਤਰ ਦੇ ਕਤਲ ਦੀ ਗੱਲ ਹੈ, ਉਹ ਤਾਂ ਇੱਕ ਵਿਆਹ ਦੇ ਵਿੱਚ ਆਪਣੇ ਗਾਇਕੀ ਦੇ ਵਾਸਤੇ ਆਇਆ ਸੀ, ਜਿੱਥੇ ਇੱਕ ਸ਼ਰਾਬੀ ਪੁਲਿਸ ਅਫੀਸਰ ਨੇ ਸ਼ਾਇਦ ਆਪਣਾ ਪਸੰਦੀਦਾ ਗਾਣਾ ਛਡਾਉਣ ਵਾਸਤੇ ਕਿਹਾ, ਤੇ ਜਦੋਂ ਉਸਨੇ ਕਹਿ ਸਕਦੇ ਹੋ ਕਿ ਅੱਗੇ ਪਿੱਛੇ ਕੀਤਾ, ਕਹਿਣ ਤੋਂ ਭਾਵ ਹੁੰਦਾ ਕਿ ਐਸ ਗਾਣਾ ਸੁਣਾਉਣ ਤੋਂ ਬਾਅਦ ਮੈਂ ਤੁਹਾਡਾ ਅਗਲਾ ਗਾਣਾ ਸੁਣਾ ਦਊਂਗਾ, ਜਾਂ ਰੱਬ ਜਾਣੇ ਅਸਲੀਅਤ ਦੇ ਵਿੱਚ ਕੀ ਗੱਲ ਵਾਪਰੀ, ਤਾਂ ਉਸ ਵੇਲੇ ਉਸ ਪੁਲਿਸ ਅਫਸਰ ਨੇ ਆਪਣਾ ਜਿਹੜਾ ਗਨਮੈਨ ਸੀ, ਜਿਹੜਾ ਉਹਦਾ ਨਿੱਜੀ ਜਿਹੜਾ ਸੁਰੱਖਿਆ ਗਾਰਡ ਸੀਗਾ, ਉਹਦੀ ਜਿਹੜੀ ਸੀਗੀ AK-47 ਅਸਾਲਟ ਰਾਈਫਲ ਲੈ ਕੇ ਜਿਹੜਾ ਸੀ ਦਿਲਸ਼ਾਦ ਅਖਤਰ ਦੇ ਉੱਪਰ ਹਮਲਾ ਕੀਤਾ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ। ਸੋ ਇਸ ਕਰਕੇ ਇਹ ਜਿਹੜੇ ਦੋ ਘਟਨਾਕ੍ਰਮ ਨੇ, ਚਾਹੇ ਚਮਕੀਲੇ ਦੀ ਮੌਤ ਹੋਵੇ, ਚਾਹੇ ਦਿਲਸ਼ਾਦ ਅਖਤਰ ਦੇ ਉੱਪਰ ਪੁਲਿਸ ਦੇ ਅਫਸਰ ਦੇ ਵੱਲੋਂ ਕੀਤਾ ਗਿਆ ਹਮਲਾ ਹੋਵੇ, ਸੋ ਇਹਨਾਂ ਨੂੰ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਨਾਲ ਜੋੜ ਕੇ ਵੇਖਣਾ, ਮੇਰੇ ਖਿਆਲ ਦੇ ਨਾਲ ਇਸ ਸਾਰੇ ਵਰਤਾਰੇ ਤੋਂ ਧਿਆਨ ਕਿਸੇ ਹੋਰ ਪਾਸੇ ਡਾਈਵਰਟ ਕਰਨ ਦੀ ਕੋਸ਼ਿਸ਼ ਤਾਂ ਹੋ ਸਕਦੀ ਹੈ, ਪਰ ਅਸਲੀਅਤ ਦੇ ਵਿੱਚ ਇਹਨਾਂ ਦਾ ਆਪਸ ਦੇ ਵਿੱਚ ਕਿਤੇ ਜਿਹੜਾ ਉਹ ਕੋਈ ਸਬੰਧ ਨਹੀਂ ਹੈਗਾ। ਅਗਲੀ ਗੱਲ ਆ ਜਾਂਦੀ ਹੈ ਪੰਜਾਬ ਤੇ ਪੰਜਾਬ ਦੇ ਪੰਥਕ ਖੇਤਰ ਦੇ ਵਿੱਚ ਜਿਹੜੀ ਸਿੱਧੂ ਮੂਸੇਵਾਲੇ ਦੇ ਪ੍ਰਤੀ ਇੱਕ ਹਮਦਰਦੀ ਦੀ ਜਿਹੜੀ ਹੈ ਉਹ ਲਹਿਰ ਪੈਦਾ ਹੋਈ ਹੈ। ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਇੱਕ ਪੰਥਕ ਵਿਚਾਰਧਾਰਾ ਵਾਲਾ, ਖਾਸ ਕਰਕੇ ਨੌਜਵਾਨੀ ਵਾਲਾ ਅੰਸ਼ ਹੈ, ਉਸ ਨੂੰ ਜਿਹੜਾ ਇਹਦੇ ਵਿੱਚ ਰੱਖ ਕੇ ਵੇਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਉਭਾਰ ਹੋਇਆ ਉਹ ਬਿਲਕੁਲ ਉਸੇ ਤਰ੍ਹਾਂ ਦਾ ਹੋਇਆ ਜਿਸ ਤਰ੍ਹਾਂ ਦੇ ਨਾਲ ਦੀਪ ਸਿੱਧੂ ਦੇ ਇਸ ਵਿਛੋੜੇ ਤੋਂ ਬਾਅਦ ਹੋਇਆ ਸੀ। ਸੋ ਉਹਦੇ ਵਿੱਚ ਜੋ ਮੈਨੂੰ ਇੱਕ ਸਾਂਝ ਲੱਗਦੀ ਹੈ ਉਹ ਇਹ ਲੱਗਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਹੋਂਦ ਦੀ ਗੱਲ ਦੀਪ ਸਿੱਧੂ ਜਿਸ ਤਰ੍ਹਾਂ ਉਸਦੀ ਪੇਸ਼ਕਾਰੀ ਕਰਦਾ ਸੀ, ਉਸੇ ਤਰ੍ਹਾਂ ਦੇ ਨਾਲ ਜਿਹੜੀ ਸਿੱਧੂ ਮੂਸੇਵਾਲੇ ਦੀ ਆਖਰੀ ਇੰਟਰਵਿਊ ਜਿਹੜੀ ਸਿਮਰਨਜੀਤ ਸਿੰਘ ਮੱਕੜ ਹੋਣਾ ਨੇ ਕੀਤੀ ਹੈ, ਉਹਦੇ ਵਿੱਚ ਜਿਹੜੇ ਸਵਾਲ ਪੁੱਛੇ ਗਏ ਉਹਨਾਂ ਸਾਰੇ ਸਵਾਲਾਂ ਦਾ ਸੰਬੰਧ ਪੰਥ ਦੇ ਨਾਲ ਹੈ।
ਪਰ ਬੇਸ਼ੱਕ ਸਿੱਧੂ ਮੂਸੇਵਾਲੇ ਨੇ ਜਿਹੜੀ ਇਲੈਕਸ਼ਨ ਆ ਉਹ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਪਰ ਲੜੀ ਸੀ, ਪਰ ਜਿਹੜੇ ਉਹਦੇ ਵੱਲੋਂ ਜਵਾਬ ਦਿੱਤੇ ਗਏ ਉਹ ਸਾਰੇ ਜਵਾਬ ਉਸਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਥਕ ਨਜ਼ਰੀਏ ਤੋਂ ਦਿੱਤੇ। ਔਰ ਇੱਕ ਗੱਲ ਹੋਰ ਵੀ ਹੈ ਕਿ ਬੇਸ਼ੱਕ ਉਹਦੇ ਬਾਰੇ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਤੇ ਸਾਬਕਾ ਜਿਹੜੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਾਂ ਫਿਰ ਹੋਰ ਵੀ ਕਾਂਗਰਸ ਦੇ ਕਈ ਆਗੂ ਬਿਆਨ ਦੇ ਚੁੱਕੇ ਨੇ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਦੀ ਜਿਹੜੀ ਦਿਲਚਸਪੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਨਹੀਂ ਸੀ ਹੈਗੀ, ਪਰ ਉਹ ਆਪਣੇ ਉੱਪਰ ਹੋਣ ਵਾਲੇ ਹਮਲੇ ਜਾਂ ਆਪਣੇ ਖਤਰੇ ਤੋਂ ਬਿਲਕੁਲ ਆਗਾਹ ਸੀ, ਜਿਸ ਕਰਕੇ ਉਹ ਚਾਹੁੰਦਾ ਸੀ ਕਿ ਜੇਕਰ ਮੈਂ ਕਿਸੇ ਧਿਰ ਦੇ ਵੱਲੋਂ ਕਿਸੇ ਤਰ੍ਹਾਂ ਕਿਸੇ ਰਾਜਨੀਤਿਕ ਅਹੁਦੇ ਦੇ ਵਿੱਚ ਭਾਵ ਕਿ MLA ਵਿਧਾਇਕ ਬਣ ਜਾਵਾਂ ਤਾਂ ਕਿਤੇ ਨਾ ਕਿਤੇ ਜਿਹੜੀ ਮੇਰੀ ਸੁਰੱਖਿਆ ਹੈ ਉਹ ਹਮੇਸ਼ਾ ਹੀ ਜਿਹੜੀ ਆ ਉਹ ਕਾਰਗਰ ਰਹੇਗੀ। ਤੇ ਇਸ ਤਰ੍ਹਾਂ ਦੇ ਨਾਲ ਵੱਖ-ਵੱਖ ਮੌਕਿਆਂ ਦੇ ਉੱਪਰ ਜਾਂ ਵਰਤਾਰਿਆਂ ਦੇ ਉੱਪਰ ਇੱਕ ਤੇ ਸੁਰੱਖਿਆ ਵਾਪਸ ਨਹੀਂ ਲਈ ਜਾਵੇਗੀ, ਦੂਜਾ ਬਾਰ-ਬਾਰ ਜਿਹੜੇ ਮੈਨੂੰ ਤਰਲੇ ਕਰਨੇ ਪੈਂਦੇ ਨੇ ਵੱਖ-ਵੱਖ ਪੁਲਿਸ ਅਫਸਰਾਂ ਦੇ ਉਹ ਨਹੀਂ ਕਰਨੇ ਪੈਣਗੇ ਸੁਰੱਖਿਆ ਲੈਣ ਦੇ ਵਾਸਤੇ। ਸੋ ਇਹ ਵੀ ਇੱਕ ਅਹਿਮ ਕਾਰਨ ਸੀ। ਤੇ ਉਸ ਇੰਟਰਵਿਊ ਦੇ ਵਿੱਚ ਜਿਹੜੇ ਸ਼ਸਤਰਾਂ ਦੇ ਬਾਰੇ ਸਵਾਲ ਪੁੱਛਿਆ ਗਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਆਨ ਦਿੱਤਾ ਕਿ ਸਿੱਖਾਂ ਨੂੰ ਜਿਹੜੇ ਮਾਡਰਨ ਹਥਿਆਰ ਨੇ ਉਹਨਾਂ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ, ਉਹਨਾਂ ਦੀ ਸਿਖਲਾਈ ਲੈਣੀ ਚਾਹੀਦੀ ਹੈ, ਸ਼ਸਤਰ ਵਿੱਦਿਆ ਦੇ ਅਖਾੜੇ ਹੋਣੇ ਚਾਹੀਦੇ ਨੇ ਜਾਂ ਅੱਜ ਦੇ ਹਿਸਾਬ ਦੇ ਨਾਲ ਸ਼ੂਟਿੰਗ ਰੇਂਜ ਹੋਣੀਆਂ ਚਾਹੀਦੀਆਂ। ਤਾਂ ਉਸ ਵੇਲੇ ਜਿਹੜਾ ਜਵਾਬ ਦਿੱਤਾ ਸੀਗਾ ਸ਼ੁਭਦੀਪ ਸਿੰਘ ਸਿੱਧੂ ਨੇ ਬਹੁਤ ਵਧੀਆ ਸੀ ਕਿ ਪੰਜਾਬ ਦੀਆਂ ਪਰੰਪਰਾਵਾਂ ਦੇ ਵਿੱਚ ਸ਼ਾਸਤਰ ਦੇ ਨਾਲ ਜਿਹੜੀ ਸ਼ਸਤਰ ਦੀ ਸੁਮੇਲਤਾ ਹੈ ਇਸ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਔਰ ਖਾਸ ਕਰਕੇ ਇੱਕ ਬਾਰਡਰ ਦਾ ਖਿੱਤਾ ਜਿੱਥੇ ਹਰ ਸਮੇਂ ਹਮਲੇ ਦਾ ਖਤਰਾ ਜਿਹੜਾ ਉਹ ਬਣਿਆ ਰਹਿੰਦਾ ਹੈ, ਜਾਂ ਫਿਰ ਪੰਜਾਬ ਦੇ ਲੋਕਾਂ ਦੀ ਜਿਹੜੀ ਇੱਕ ਆਪਸੀ ਅਣਖ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਧੜੇਬੰਦਕ ਲੜਾਈਆਂ ਵੀ ਪੈਦਾ ਹੁੰਦੀਆਂ ਨੇ, ਉਸ ਮੌਕੇ ਉਸ ਕੌਮੀਅਤ ਜਾਂ ਉਸ ਖਿੱਤੇ ਦੇ ਵਿੱਚੋਂ ਸ਼ਸਤਰ ਨੂੰ ਮਨੁੱਖਤਾ ਦੇ ਨਾਲੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਔਰ ਉੱਥੇ ਉਹਨੇ ਬੇਸ਼ੱਕ ਉਸ ਧਿਰ ਦੇ ਨਾਲ ਸੰਬੰਧਿਤ ਸੀ ਜਿਸ ਧਿਰ ਦੇ ਨਾਲ ਰਾਜਨੀਤਿਕ ਤੌਰ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਉੱਪਰ ਹਮਲੇ ਦਾ ਦੋਸ਼ ਲੱਗਦਾ ਹੈ, ਪਰ ਉਸ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਵੀ ਹੁਕਮ ਆਉਂਦਾ ਸਾਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ ਤੇ ਉਹਦੇ ਅਧੀਨ ਜਿਹੜਾ ਸਾਨੂੰ ਉਹ ਵਿਚਰਨਾ ਚਾਹੀਦਾ। ਸੋ ਉਸ ਤੋਂ ਬਾਅਦ ਜਿਹੜੀ ਉਹਦੀ SYL ਸਤਲੁਜ ਜਮਨਾ ਲਿੰਕ ਲਹਿਰ ਦੇ ਬਾਰੇ ਜਿਹੜਾ ਉਹਦਾ ਅਗਲਾ ਗੀਤ ਆ ਰਿਹਾ ਸੀ ਔਰ ਜਿਹਦੇ ਬਾਰੇ ਮੇਰੇ ਖਿਆਲ ਦੇ ਨਾਲ ਬਹੁਤ ਸੋਹਣਾ ਜ਼ਿਕਰ ਸਾਡੇ ਛੋਟੇ ਵੀ ਸਟਾਲਨ ਵੀਰ ਨੇ ਵੀ ਕੀਤਾ ਕਿ ਉਹਦੇ ਨਾਲ ਵੀ ਜਿਹੜਾ ਪੰਜਾਬ ਦੇ ਨਾਲ ਪੰਥਕ ਵਿਚਾਰਧਾਰਾ ਦੇ ਨਾਲ ਜੁੜਿਆ ਨੌਜਵਾਨ ਵਰਗ ਸੀਗਾ ਉਹਦੇ ਵਿੱਚ ਵੀ ਕਿਤੇ ਇੱਕ ਤਰ੍ਹਾਂ ਦੇ ਨਾਲ ਇੱਕ ਬੜੀ ਸਕਾਰਾਤਮਕ ਜੀ ਇੱਕ ਊਰਜਾ ਜਾਂ ਇੱਕ ਆਸ ਜੁੜੀ ਹੋਈ ਸੀ ਕਿ ਸਿੱਧੂ ਮੂਸੇਵਾਲਾ ਜਿਹੜਾ ਇਹ ਪੰਜਾਬ ਦੇ ਮਸਲੇ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਪੇਸ਼ ਕਰੂਗਾ। ਸੋ ਕਿਤੇ ਨਾ ਕਿਤੇ ਖਾਸ ਕਰਕੇ ਸਿੱਧੂ ਮੂਸੇਵਾਲੇ ਨੇ ਵੀ ਹੁਣ ਜਿਹੜੀਆਂ ਦੀਪ ਸਿੱਧੂ ਦੀਆਂ ਕਈਆਂ ਗੱਲਾਂ ਸੀ ਉਹਨਾਂ ਨੂੰ ਵੀ ਇੱਕ ਨਜ਼ਰੀਏ ਤੋਂ ਜਿਹੜੀ ਸੀ ਉਹ ਪ੍ਰੋੜਤਾ ਦੇਣੀ ਸ਼ੁਰੂ ਕਰ ਦਿੱਤੀ। ਔਰ ਉਹਦੀ ਉਸ ਗੱਲ ਨੇ ਮੈਨੂੰ ਬੜਾ ਟੁੰਬਿਆ ਕਿ ਉਹ ਦੀਪ ਸਿੱਧੂ ਦੇ ਬਾਰੇ ਕਹਿੰਦਾ ਕਿ ਇੱਥੇ ਬੰਦੇ ਨੂੰ ਮਰ ਕੇ ਹੀ ਆਪਣੇ ਸੱਚੇ ਹੋਣ ਦਾ ਜਿਹੜਾ ਸਬੂਤ ਹੈ ਉਹ ਦੇਣਾ ਪੈਂਦਾ। ਸੋ ਉਹਨਾਂ ਦੀ ਜਿਹੜੀ ਇੱਕ ਬੋਲਾਂ ਦੀ ਸਾਂਝ ਬਣਦੀ ਜਾ ਰਹੀ ਸੀ, ਮੈਨੂੰ ਲੱਗਦਾ ਕਿ ਪੰਜਾਬ ਦੀ ਨੌਜਵਾਨੀ ਨੂੰ ਉਹ ਵੀ ਬਹੁਤ ਜ਼ਿਆਦਾ ਜਿਹੜੀ ਪ੍ਰਭਾਵਿਤ ਕਰ ਰਹੀ ਸੀ। ਤੇ ਨੌਜਵਾਨ ਜਿਹੜੇ ਇੰਜ ਸੋਚ ਰਹੇ ਸੀ ਕਿ ਸ਼ਾਇਦ ਦੀਪ ਸਿੱਧੂ ਦੀ ਪੈੜ ਦੇ ਵਿੱਚ ਇੱਕ ਹੋਰ ਪੈਰ ਜਿਹੜਾ ਉਹ ਆ ਰਿਹਾ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਕਿਸੇ ਨਾ ਕਿਸੇ ਪੱਖ ਤੋਂ ਇੱਕ ਵਧੀਆ ਪੰਥਕ ਪੱਧਰ ਦੇ ਉੱਪਰ ਹਲਾਰਾ ਦੇ ਸਕਦਾ ਹੈ। ਸੋ ਜਦੋਂ ਇਸ ਤਰ੍ਹਾਂ ਦੇ ਵਰਤਾਰੇ ਵਾਪਰਦੇ ਨੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਟੇਟ ਦੇ ਵਾਸਤੇ ਇਹ ਸਭ ਤੋਂ ਵੱਡੀ ਜਿਹੜੀ ਉਹ ਮੰਗਾਰ ਹੁੰਦੀ ਹੈ। ਔਰ ਜਦੋਂ ਇਸ ਖਾਸ ਕਰਕੇ ਇੱਕ ਇਸ ਤਰ੍ਹਾਂ ਦਾ ਸੈਲੀਬ੍ਰਿਟੀ ਲੈਵਲ ਦਾ ਜਿਹੜਾ ਨੌਜਵਾਨ ਹੈ ਜਿਹੜਾ ਪੰਜਾਬ ਦੇ ਪਿੰਡ ਦੇ ਵਿੱਚ ਕਹਿ ਸਕਦੇ ਹੋ ਕਿ ਇੱਕ ਵੱਡੀ ਜਿਹੜੀ ਹਿੰਦੁਸਤਾਨ ਦੀ ਜਾਂ ਜਿਹੜੀ ਵਿਦੇਸ਼ ਦੀ ਇੱਕ ਵੱਡੀ ਇੰਡਸਟਰੀ ਹੈ, ਇੱਕ ਪਿੰਡ ਦੇ ਵਿੱਚ ਰਹਿ ਕੇ ਜਿਹੜਾ ਉਸ ਦੇ ਵਾਸਤੇ ਇੱਕ ਚੈਲੰਜ ਬਣਦਾ, ਉਹਦੇ ਵਾਸਤੇ ਉਹਦੇ ਦੁਸ਼ਮਣਾਂ ਦੀ ਜਿਹੜੀ ਸੂਚੀ ਹੈ ਉਹ ਹਮੇਸ਼ਾ ਹੀ ਬਹੁਤ ਵੱਡੀ ਹੋ ਜਾਂਦੀ ਹੈ। ਸੋ ਬੇਸ਼ੱਕ ਪੰਥਕ ਧਿਰਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਪ੍ਰਤੀ ਹਮਦਰਦੀ ਜਨਮ ਲੈ ਰਹੀ ਸੀ, ਪਰ ਜਿਹੜੇ ਸਟੇਟ ਨੇ ਉਹਨਾਂ ਦੇ ਜਿਹੜੇ ਵਿਤਕਰਿਆਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਸਭ ਤੋਂ ਵੱਡੀ ਗੱਲ ਕਿ ਜਿਸ ਵੇਲੇ ਉਹ ਇੱਕ ਫੜੇ ਗਏ ਵਿਅਕਤੀ ਦਾ ਬਿਆਨ ਆਉਂਦਾ ਕਿ ਜੇਕਰ ਗੋਲੀ ਨਾ ਵੱਜਦੀ ਤਾਂ ਸਾਡਾ ਇਰਾਦਾ ਸੀ ਕਿ ਐਕਸੀਡੈਂਟ ਕਰਵਾ ਦਿੱਤਾ ਜਾਵੇ। ਤੇ ਇਹਨਾਂ ਸਾਰਿਆਂ ਵਰਤਾਰਿਆਂ ਦੇ ਵਿੱਚ ਜਦੋਂ ਉਹ ਨੌਜਵਾਨ ਵਰਗ ਜਿਹੜਾ ਦੀਪ ਸਿੱਧੂ ਪ੍ਰਤੀ ਵੀ ਬੜਾ ਹਮਦਰਦੀ ਦਾ ਅੰਸ਼ ਰੱਖਦਾ ਸੀ, ਜਦੋਂ ਉਹ ਟਰੱਕ ਐਕਸੀਡੈਂਟ ਦੀ ਗੱਲ ਸੁਣਦਾ ਨੇ ਕਿ ਜੇਕਰ ਸਿੱਧੂ ਮੂਸੇਵਾਲੇ ਨੂੰ ਅਸੀਂ ਗੋਲੀ ਦੇ ਨਾਲ ਨਾ ਮਾਰ ਸਕਦੇ ਤਾਂ ਸਾਡਾ ਇਰਾਦਾ ਸੀ ਕਿ ਇਹ ਟਰੱਕ ਐਕਸੀਡੈਂਟ ਦੇ ਰਾਹੀਂ ਉਸ ਦੀ ਜਾਨ ਜਿਹੜੀ ਹੈ ਉਹ ਲਈ ਜਾਵੇ, ਤਾਂ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਸੀ ਉਹਦੇ ਪ੍ਰਤੀ ਵੀ ਇਹ ਗੱਲ ਜਿਹੜੀ ਹੈ ਉਹ ਉੱਭਰੀ ਹੈ ਕਿ ਇਹ ਇੱਕ ਰਾਜਸੀ ਕਤਲ ਹੈ, ਇਹ ਆਮ ਤੌਰ ਦੇ ਉੱਪਰ ਹੋਇਆ ਕੋਈ ਦੁਰਘਟਨਾ ਜਾਂ ਐਕਸੀਡੈਂਟ ਨਹੀਂ ਹੈ। ਬੇਸ਼ੱਕ ਜਾਂਚ ਹੁੰਦੀ ਰਹੇਗੀ, ਮੈਨੂੰ ਕਈ ਵਾਰੀ ਇੰਜ ਵੀ ਲੱਗਦਾ ਹੈ ਕਿ ਬਹੁਤ ਵੱਡੀਆਂ ਘਟਨਾਵਾਂ ਕਈ ਵਾਰੀ ਇਸੇ ਤਰ੍ਹਾਂ ਰਹੱਸ ਦੇ ਵਿੱਚ ਰਹਿ ਜਾਂਦੀਆਂ ਨੇ ਜਾਂ ਫਿਰ ਇਹਦਾ ਕੱਲ ਨੂੰ ਕੀ ਨਿਕਲੇਗਾ, ਪਰ ਅਜੇ ਤੱਕ ਤਾਂ ਇਹੀ ਕਿਹਾ ਜਾ ਸਕਦਾ ਕਿ ਇਸ ਸਾਰੇ ਵਰਤਾਰੇ ਦੇ ਵਿੱਚ ਜਿਹੜੀਆਂ ਧਿਰਾਂ ਦੇ ਮੈਂ ਨਾਮ ਲਏ ਨੇ ਉਹਨਾਂ ਨੂੰ ਦੋਸ਼ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ।